ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਬਦਮਾਸ਼ਾਂ ਤੇ ਨਕੇਲ ਕੱਸੀ ਜਾ ਰਹੀ ਹੈ, ਜਿੱਥੇ ਕਿ ਉਹ ਪੰਜਾਬ ਦੇ ਵਿੱਚ ਕ੍ਰਾਈਮ ਕਰਕੇ ਬਾਹਰਲੇ ਸੂਬਿਆਂ ਦੇ ਵਿੱਚ ਚਲੇ ਜਾਂਦੇ ਸੀ। ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਜਿੱਥੇ ਕਿ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਦੱਸਦੇ ਕਿ ਬੀਤੀ 4 ਜਨਵਰੀ ਨੂੰ ਅੰਮ੍ਰਿਤਸਰ ਦੇ ਵਲਟੋਹਾ ਪਿੰਡ ਦੇ ਸਰਪੰਚ ਜਰਮਲ ਸਿੰਘ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 7 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚੋਂ 2 ਸ਼ੂਟਰ ਜਿਨ੍ਹਾਂ ਦਾ ਨਾਮ ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਹੈ, ਜੋ ਕਿ ਰਾਏਪੁਰ ਤੋਂ ਗ੍ਰਿਫਤਾਰ ਹੋਏ ਨੇ। ਪੁਲਿਸ ਦੇ ਵੱਲੋਂ ਜੁਆਇੰਟ ਆਪਰੇਸ਼ਨ ਕਰਕੇ ਇਹਨਾਂ ਆਰੋਪੀਆਂ ਨੂੰ ਫੜਿਆ ਗਿਆ ਤੇ ਅੱਜ ਤਰਨਤਾਰਨ ਪੁਲਿਸ ਨੇ ਵੀ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ। ਦੱਸਦੇ ਕਿ ਜੋ ਗ੍ਰਿਫਤਾਰੀ ਹੋਈ ਹੈ ਆਰੋਪੀਆਂ ਦੀ, ਇਹਨਾਂ ਨੂੰ ਸੀਸੀਟੀਵੀ ਫੁਟੇਜ ਤੋਂ ਪਹਿਚਾਨ ਕੇ ਫਿਰ ਖੰਗਾਲਿਆ ਗਿਆ, ਟਰੈਕ ਕੀਤਾ ਗਿਆ। ਟਰੈਕ ਕਰਨ ਤੋਂ ਬਾਅਦ ਇਹਨਾਂ ਆਰੋਪੀਆਂ ਤੱਕ ਪੁਲਿਸ ਪਹੁੰਚੀ ਹੈ। ਫਿਲਹਾਲ ਇਹ ਜੋ ਆਰੋਪੀ ਬਾਹਰ ਦੂਸਰੇ ਸੂਬੇ ਦੇ ਵਿੱਚ ਫੜੇ ਗਏ ਨੇ ਰਾਏਪੁਰ ਚ, ਇਹਨਾਂ ਆਰੋਪੀਆਂ ਨੂੰ ਬਾਹਰ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਿੱਧੇ ਤੌਰ ਤੇ ਸੰਦੇਸ਼ ਦਿੱਤਾ ਹੈ ਕਿ ਜੇਕਰ ਕੋਈ ਵੀ ਅਜਿਹਾ ਆਰੋਪੀ ਹੋਵੇਗਾ ਜੋ ਗੋਲੀਬਾਰੀ ਕਰਕੇ ਜਾਂ ਫਿਰ ਮਾਹੌਲ ਖਰਾਬ ਕਰਕੇ ਪੰਜਾਬ ਦੇ ਵਿੱਚੋਂ ਚਲਾ ਜਾਵੇਗਾ, ਤਾਂ ਪੁਲਿਸ ਉਸ ਨੂੰ ਲੱਭ ਲਿਆਵੇਗੀ, ਭਾਵੇਂ ਉਹ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਲੁਕਿਆ ਹੋਵੇ। ਫਿਲਹਾਲ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਸੌਟ ਆਊਟ ਕੀਤਾ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਜੋ ਕ੍ਰਿਮੀਨਲਸ ਨੇ, ਜੋ ਸੂਬੇ ਦੇ ਮਾਹੌਲ ਖਰਾਬ ਕਰਕੇ ਬਾਹਰ ਦੂਸਰੇ ਸੂਬੇ ਵੱਲ ਜਾਂਦੇ ਨੇ, ਉਹਨਾਂ ਨੂੰ ਟਰੈਕ ਕਰਕੇ ਪੁਲਿਸ ਲਗਾਤਾਰ ਗ੍ਰਿਫਤਾਰ ਕਰ ਰਹੀ ਹੈ। जब पंजाब पुलिस पिंड के फॉर्मर सरपंच जरपाल सिंह के मर्डर ਨੂੰ ਸੋਲਵ ਕਰ ਲਿਆ ਹੈ ਤੇ ਇਸ ਦੇ ਵਿੱਚ 7 ਗ੍ਰਿਫਤਾਰੀਆਂ ਹੋਈਆਂ। 2 ਗ੍ਰਿਫਤਾਰੀਆਂ ਜਿਹੜੀਆਂ ਰਾਏਪੁਰ ਛੱਤੀਸਗੜ੍ਹ ਤੋਂ ਕੱਲ ਹੋਈਆਂ, 2 ਗ੍ਰਿਫਤਾਰੀਆਂ ਮੋਹਾਲੀ ਦੇ ਵਿੱਚ ਤੇ 3 ਗ੍ਰਿਫਤਾਰੀਆਂ ਤਰਨਤਾਰਨ ਤੋਂ ਅੱਜ ਸਵੇਰੇ ਹੋਈਆਂ। ਸੋ ਇਹਦੇ ਵਿੱਚ ਜਿਹੜੇ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸੀ, ਇਸ ਨੂੰ ਕਾਫੀ ਟੈਕਨੀਕਲ ਲੀਡਸ ਇਸ ਦੀ ਫੋਲੋ ਕੀਤੀ ਗਈਆਂ। ਇਹਦੇ ਵਿੱਚ ਡਿਫਰੈਂਟ ਮੋਡਿਊਲਸ ਯੂਜ਼ ਕੀਤੇ ਗਏ ਸੀਗੇ, ਜਿਹੜੇ ਬਾਹਰ ਬੈਠੇ ਹੈਂਡਲਰਸ ਨੇ ਉਹਨਾਂ ਨੂੰ ਆਪਰੇਟ ਕੀਤਾ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸੈਪਰੇਟ ਮੋਡਿਊਲ ਸੀ। ਲੌਜਿਸਟਿਕਲ ਸਪੋਰਟ, ਵੈਪਨਸ, ਵਹੀਕਲਸ ਪ੍ਰੋਵਾਈਡ ਕਰਨ ਵਾਲਾ ਮੋਡਿਊਲ ਡਿਫਰੈਂਟ ਸੀ, ਸ਼ੈਲਟਰ ਪ੍ਰੋਵਾਈਡ ਕਰਨ ਵਾਲਾ ਮੋਡਿਊਲ ਡਿਫਰੈਂਟ ਸੀ। ਤੇ ਇਸ ਦੀ ਇੰਪੋਰਟੈਂਸ ਨੂੰ ਵੇਖਦੇ ਹੋਏ ਕਮਿਸ਼ਨਰੇਟ ਅੰਮ੍ਰਿਤਸਰ, ਕਾਊਂਟਰ ਇੰਟੈਲੀਜੈਂਸ, AGTF ਤੇ ਪੰਜਾਬ ਪੁਲਿਸ ਦੀ ਸਾਰੀ ਯੂਨਿਟਸ ਨੇ ਮਿਲ ਕੇ ਇੱਕ CCTV ਟ੍ਰੇਲ ਨੂੰ ਸਾਇੰਟੀਫਿਕਲੀ ਟਰੈਕ ਕੀਤਾ ਗਿਆ ਤੇ ਟੈਕਨੀਕਲ ਇਨਪੁਟਸ ਤੋਂ ਬਾਅਦ ਜਿਹੜੇ ਅਸੇਲੈਂਟ ਸੀਗੇ ਉਹਨਾਂ ਨੂੰ ਡਿਫਰੈਂਟ ਥਾਵਾਂ ਤੇ ਮੋਹਾਲੀ, ਦਿੱਲੀ, ਉਸ ਤੋਂ ਬਾਅਦ ਮਹਾਰਾਸ਼ਟਰ ਸਾਹਿਬ, ਬਿਹਾਰ ਦੇ ਵਿੱਚ ਟਰੈਕ ਕੀਤਾ ਗਿਆ। ਸੋ ਅਲਟੀਮੇਟਲੀ ਉਹ ਰਾਏਪੁਰ ਦੇ ਵਿੱਚ ਜਿਹੜੇ ਹੈਗੇ ਤੇ ਇਸ ਦੇ ਵਿੱਚ ਸਾਨੂੰ ਇੱਕ ਇੰਟਰ ਸਟੇਟ ਆਪਰੇਸ਼ਨ ਸੀ ਤੇ ਸਾਨੂੰ ਮਹਾਰਾਸ਼ਟਰ ਪੁਲਿਸ, ਸੈਂਟਰਲ ਏਜੰਸੀਜ਼, ਛੱਤੀਸਗੜ੍ਹ ਪੁਲਿਸ ਤੇ ਕਈ ਹੋਰ ਪੁਲਿਸ ਫੋਰਸਿਸ ਦੀ ਅਸਿਸਟੈਂਸ ਮਿਲੀ। ਸੋ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਟੈਕ ਬੇਸਡ ਆਪਰੇਸ਼ਨ ਤੋਂ ਬਾਅਦ ਕੱਲ ਰਾਏਪੁਰ ਦੇ ਵਿੱਚ ਜਿਹੜੇ 2 ਅਕਿਊਜ਼ ਅਰੈਸਟ ਹੋਏ ਸੀਗੇ, ਉਹਨਾਂ ਦੇ ਸੁਖਰਾਜ ਸਿੰਘ ਉਰਫ ਗੰਗਾ, ਆਰਓ ਠੱਕੜਪੁਰਾ ਪੱਟੀ ਤਰਨਤਾਰਨ, ਤੇ ਸੈਕੰਡ ਅਕਿਊਜ਼ਡ ਇਸ ਕਰਮਜੀਤ ਸਿੰਘ, ਆਰਓ ਵਿਲੇਜ ਪਾਸਨਵਾਲ। ਇਹ ਮੇਨ ਐਸਿਡੈਂਟ ਸੀਗੇ ਜਿਨ੍ਹਾਂ ਨੇ ਗੋਲੀ ਚਲਾਈ ਸੀ। ਸੋ ਇਹਨਾਂ ਨੂੰ ਛੱਤੀਸਗੜ੍ਹ ਪੁਲਿਸ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ ਕੱਲ ਰਾਏਪੁਰ ਤੋਂ ਅਰੈਸਟ ਕਰਕੇ ਉੱਥੇ ਕੋਰਟ ਦੇ ਵਿੱਚ ਪੇਸ਼ ਕਰਕੇ 14 ਤਾਰੀਖ ਤੱਕ ਦਾ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਉਹਨਾਂ ਦਾ ਲਿਆ ਗਿਆ ਤੇ ਬਾਈ ਏਅਰ ਉਹਨਾਂ ਨੂੰ ਹੁਣ ਅੰਮ੍ਰਿਤਸਰ ਲਿਆ ਕੇ ਇਨਵੈਸਟੀਗੇਸ਼ਨ ਨੂੰ ਫਰਦਰ ਅੱਗੇ ਲੈ ਕੇ ਜਾਇਆ ਜਾਊਗਾ। ਸੋ ਜਿਹੜਾ ਇਹਨਾਂ ਦਾ ਸਪੋਰਟ ਮੋਡਿਊਲ ਸੀਗਾ, ਜਿਨ੍ਹਾਂ ਨੇ ਲੌਜਿਸਟਿਕਸ, ਵੈਪਨਸ ਤੇ ਮੋਟਰਸਾਈਕਲ ਪ੍ਰੋਵਾਈਡ ਕੀਤੀ ਸੀਗੀ, ਇਹ ਦੋਵੇਂ ਅਕਿਊਜ਼ਡ, ਇਹਨਾਂ ਦੇ ਨਾਂ ਜੋਬਨਜੀਤ ਹੈਗੇ। ਜੋਬਨਜੀਤ ਆਰਓ ਵਿਲੇਜ ਭਾਈ ਲਾਡੂ, PS ਸਦਰ ਪੱਟੀ, ਤੇ ਦੂਜਾ ਜਿਹੜਾ ਜੋਬਨਜੀਤ ਹੈਗਾ ਇਹ ਕਲਸੀਆਂ ਕਲਾ ਪਿੰਡ ਦਾ ਹੈਗਾ, PS ਮਕੀਵਿੰਟ ਤਰਨਤਾਰਨ। ਸੋ ਇਹਨਾਂ ਦੋਵਾਂ ਨੂੰ ਕੱਲ SSOC ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮਾਂ ਨੇ ਕੱਲ ਅਰੈਸਟ ਕੀਤਾ ਸੀਗਾ ਤੇ ਫਰਦਰ ਜਿਹੜੀ ਕੱਲ ਇਨਵੈਸਟੀਗੇਸ਼ਨ ਤੋਂ ਲੀਡਸ ਮਿਲੀਆਂ ਉਹਨਾਂ ਨੂੰ ਡਿਵੈਲਪ ਕਰਦੇ ਹੋਏ ਸੋ ਅੱਜ ਤਰਨਤਾਰਨ ਪੁਲਿਸ ਨੇ ਜਿਹੜੇ 3 ਅਕਿਊਜ਼, ਜਿਨ੍ਹਾਂ ਨੇ ਜਿਹੜੇ CCTV ਟ੍ਰੇਲ ਦੇ ਵਿੱਚ ਜਿੱਥੇ ਜਦੋਂ ਫਾਰਵਰਡ ਤੇ ਬੈਕਵਰਡ ਲਿੰਕੇਜ ਦੇ ਵਿੱਚ ਇਹਨਾਂ ਨੂੰ ਟਰੈਕ ਕੀਤਾ ਗਿਆ, ਤਕਰੀਬਨ 110 ਕਿਲੋਮੀਟਰ ਦਾ CCTV ਫੁਟੇਜ ਜਿਹੜਾ ਉਹ ਫੋਲੋ ਕੀਤਾ ਗਿਆ ਤੇ ਉਸ ਦੇ ਵਿੱਚ ਕੁਲਵਿੰਦਰ ਸਿੰਘ ਉਰਫ ਕਿੰਦਾ, ਅਰਮਾਨਦੀਪ ਸਿੰਘ ਤੇ ਹਰਪ੍ਰੀਤ ਸਿੰਘ, ਸੋ ਇਹਨਾਂ ਨੇ ਲੌਜਿਸਟਿਕਲ ਸਪੋਰਟ ਤੇ ਸ਼ੈਲਟਰ ਪ੍ਰੋਵਾਈਡ ਕੀਤਾ ਸੀਗਾ। ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਅੱਜ ਤਰਨਤਾਰਨ ਦੇ ਵਿੱਚ। ਸੋ
पंजाब पुलिस ने पीछे जो वल्टोहा विलेज के एक्स सरपंच जरमल सिंह के मर्डर को सॉल्व कर लिया है और इसमें 7 गिरफ्तारियां करी हैं। जो मेन अक्यूज थे, जो असेलेंट्स थे, उनको छत्तीसगढ़ पुलिस के साथ, सेंट्रल एजेंसीज के साथ जॉइंट ऑपरेशन में उन्हें रायपुर छत्तीसगढ़ से अरेस्ट किया गया। उसके साथ सपोर्ट और लॉजिस्टिकल मॉड्यूल में जोबनजीत सिंह, 2 शख्स थे जिनके दोनों के नाम जोबनजीत सिंह से, उन्हें एसएसओसी मोहाली की टीम ने, काउंटर इंटेलिजेंस की टीम ने उन्हें अरेस्ट किया और इन्वेस्टिगेशन की लीड्स को आगे बढ़ाते हुए आज सुबह तरन ने पुलिस ने कुलविंदर सिंह उर्फ किंदा, आरो विलेज कलसिया कला, अरमानदीप सिंह और हरप्रीत सिंह, ये 3 लोग जो सीसीटीवी ट्रेल के फॉलोअप में फिगर हुए थे, जिन्होंने शेल्टर प्रोवाइड किया था, इन्हें अरेस्ट किया गया है। तो इस इन्वेस्टिगेशन में साइंटिफिक तरीके से टेक्निकल एविडेंस को फॉलो करते हुए तो जो असेलेंट्स की जो ट्रेल थी वो डिफरेंट स्टेट्स के थ्रू पास हुई और इसमें पुलिस पार्टियां, पंजाब की पुलिस पार्टियां बिहार में, पटना में गई, नांदेड़ में गई। उसके बाद असेलेंट्स को ट्रैक किया गया रायपुर छत्तीसगढ़ में और लोकल पुलिस की मदद से, सेंट्रल एजेंसीज की मदद से इन्हें लोकेट किया गया और इन्हें कल रायपुर में गिरफ्तार करके, जो ये 2 असेलेंट्स थे, सुखराज और करमजीत, तो इन्हें लोकल कोर्ट में पेश करके इनका 14 तारीख तक ट्रांजिट रिमांड लेके इन्हें बाई एयर पंजाब ले आया जा रहा है। और दो सपोर्ट मॉड्यूल के जो 2 जोबनजीत थे, इन्हें मोहाली एसएसओसी ने गिरफ्तार किया है। और आज सुबह जैसा कि मैंने बताया कि 3 अक्यूज्ड ये तरन डिस्ट्रिक्ट में गिरफ्तार हुए हैं जिन्होंने शेल्टर प्रोवाइड किया था। तो ये सारा जो मर्डर था, इसको बाहर बैठे हुए ऑपरेटिव्स ने अंजाम दिया। डिफरेंट मॉड्यूल्स थे, असेलेंट मॉड्यूल अलग था, सपोर्ट मॉड्यूल अलग था, लॉजिस्टिकल मॉड्यूल अलग था और इसको डिफरेंट लोग अंजाम देते थे। फंडिंग भी इनकी वाइल देवर ऑन द रन, उस वक्त भी फंडिंग करी गई, वेपन्स प्रोवाइड किए गए, व्हीकल्स प्रोवाइड किए गए। तो एक बड़ा सोफिस्टिकेटेड क्रिमिनल ऑपरेशन था जो पंजाब पुलिस ने जो अनरेवल किया और इस केस को सक्सेसफुली, इस केस को वर्कआउट किया। तो मैं साथ में ये भी बताना चाहूँगा कि हमारे मुख्यमंत्री जी की ज़ीरो टॉलरेंस पॉलिसी सरदार भगवंत मान की टुवर्ड्स ऑर्गेनाइज्ड क्राइम है। तो जिस तरह से युद्ध नशे विरुद्ध पे कैंपेन लॉन्च हुआ है, तो पंजाब सरकार ने बहुत जल्द अब ऑर्गेनाइज्ड क्राइम के खिलाफ कैंपेन लॉन्च होगा, जिसमें फोकस होगा कि जो लोग बाहर बैठे हैं उन्हें बाहर से लीगल मेथड से उनको लेके आया जाएगा, एक्स्ट्राडिशन, उनकी डिपोर्टेशन कराई जाएगी। जो लोग यहाँ पे बैठे हैं, इस क्राइम को हम एक एंड टू एंड मैनर में, जो पूरा इकोसिस्टम है क्राइम का, उसे आइडेंटिफाई करके उसे बस्ट किया जाएगा। कोई भी इस क्रिमिनल एंटरप्राइज में जो इन्वॉल्व है उसे बख्शा नहीं जाएगा ज़ीरो टॉलरेंस पॉलिसी के अंतर्गत। और साथ ही साथ में मैं ये मैसेज देना चाहता हूँ कि अगर पंजाब में कोई क्राइम करेगा, गोली चलाएगा, तो पंजाब पुलिस उसका पीछा देश के कोने कोने में जो लोग भारत से बाहर भी बैठे हैं उन्हें भी, जो दे विल हैव टू अकाउंट फॉर देयर क्राइम्स एंड द लीगल लॉ विल कैच अप विद देम। सो पंजाब पुलिस इज फुली डिटरमाइंड टू फाइट दिस menace ऑफ पंजाब। एक हाले इन्वेस्टिगेशन चल रही है, पर जवें ਜਿਹੜਾ ਇਹਨਾਂ ਦਾ ਪ੍ਰਭ ਦਾਸੂਵਾਲ ਜਿਹੜਾ ਮੇਨ ਬੰਦਾ ਹੈ, ਉਸ ਦੀ ਇਹਨਾਂ ਦੇ ਨਾਲ ਰੰਜਿਸ਼ ਸੀ ਜਿਹੜੀ ਗੱਲ सामने सवाल ये उठता है कि अमृतसर से रायपुर तक चलेंगे तो कोई ना कोई स्टेप रूट रहा होगा, क्योंकि इससे पहले भी कई सारे ऐसे क्राइम हुए जो अभी तक सॉल्व नहीं हुए, चाहे आप मोहाली मर्डर केस को, उसमें भी शूटर अभी तक पकड़े नहीं। तो कोई ऐसे स्पेसिफिक स्टेप रूट है जो पंजाब से आसानी से मर्डर करने के बाद अगले दूसरे स्टेट में चले जा रहे हैं, वहां फिर चले रहे हैं? ये ट्रेंड हमने देखा है। ये आपकी बात सही है कि जो इंटर स्टेट क्रिमिनल नेटवर्क्स हैं उसकी वजह से दूसरे स्टेट्स में इन्हें शेल्टर मिल जाता है और ये मतलब ये कह लें, ये इस चीज़ का फ़ायदा उठाते हैं। पर इसको काउंटर करने के लिए हमने बड़े इफेक्टिव तरीके से दूसरी स्टेट्स के साथ कोऑर्डिनेशन किया है। और उस केस में भी मैं बताना चाहूँगा कि मतलब, नहीं तो अगर आपको दोबारा चाय पिलाने का मौका नहीं मिलेगा तो बहुत जल्द जो मोहाली मर्डर केस है वो भी हम क्रैक कर देंगे। हमें बहुत इंपॉर्टेंट क्लूज़ मिले हैं, तो हमारा कोई भी केस अनसॉल्व नहीं है। अगर आप देखेंगे पिछले साल जो भी हमारे क्राइम्स हुए हैं, हमने 100% सारे केसेस सॉल्व किए। वायरल होती है सर, उनमें कितनी सच्चाई है?
लगातार पोस्ट जब कोई भी क्राइम होता है तो उसके बाद पोस्ट आ जाती है, कितनी सही है या फेक डालते हैं, मतलब उसमें क्या सच्चाई है? देखिए, कई बार सही भी होती है, कई बार एग्जैजरेटेड होती है, कई बार एब्सोल्युटली फेक होती है। जैसे स्पेशली जो हमने जो ग्रेनेड वाले मसलों में देखा है कि इंसिडेंट नहीं होता है, तो ये एक साइकोलॉजिकल वॉरफेयर। अब जैसे 4-5 लोग क्लेम कर देते हैं, इन्वेस्टिगेशन में फिर पता लगता है कि सभी का रोल नहीं है, कुछ लोगों का रोल होता है, कुछ का नहीं रोल होता है, तो वो एज अ ग्रुप क्लेम करते हैं। तो इसकी कोई बहुत ज़्यादा रिलायबिलिटी नहीं है जो सोशल मीडिया के क्लेम्स होते हैं। सर, there's a breach of privilege on you. आपको उसके ऊपर क्या कहना है, स्पेशली जो एआई के ऊपर आज सुनील ठाकर ने भी कहा है कि सीएम का भी एक वीडियो है, उसका कोई ऑथेंटिफिकेशन हुआ है। तीसरा सवाल है जो आप लोगों ने एक एफआईआर किया है जिसमें सुखपाल खेड़ा, सुखबीर बादल और बाकी लोगों को नेम किया है, क्या बेसिस है उसका, और क्या आप ऑथेंटिकेशन शेयर करेंगे जो आपके एसीएस मोहाली में आप किया था उसके ऊपर? Ma'am, I cannot comment on ongoing matters, so I will not offer any comments in the matter. डीजीपी साहब ने सर इतना बता दिया, जैसे सुनील जाखड़ ने ट्वीट किया है जो वीडियो की फोरेंसिक जांच हो, इस पे आपको एक चिट्ठी लिखी है, शिकायत दी है, उस पे क्या है? नहीं, मुझे अभी तक कोई चिट्ठी नहीं मिली है। अगर चिट्ठी आएगी तो उसको मैं जैसे मैंने पहले भी कहा था कि जो हमारे यहाँ वर्क एज पर लॉ क्लियरली कट आउट है, तो डीजीपी का मेन रोल पॉलिसी मेकिंग में होता है। जैसे क्राइम की कह लें डे टू डे, इसीलिए मैंने रिक्वेस्ट करी अपने कमिश्नर साहब को, इन्हें अमृतसर से बुलाया कि अगर सप्लीमेंट्रीज हैं, आपने कोई डिटेल्स पूछने हैं, तो कंसर्न हमारे जो एसएसपी हैं, कमिश्नर ऑफ पुलिस हैं, तो उनका जो वर्क एरिया, क्योंकि सभी चीज़ें मेरे संज्ञान में भी नहीं होती, और सभी इस लेवल के स्टेट लेवल पे बहुत सारी चीज़ें जो हैं वो डिस्ट्रिक्ट लेवल पे ही उस पर डिसीजन लिया जाता है। अपोजिशन एलिगेशन लगाता है कि पंजाब पुलिस पॉलिटिकल उसमें काम करती है। जैसे एक वीडियो का मामला है कपिल मिश्रा की, तो एकदम से फोरेंसिक जो है एग्जामिनेशन हो गई, तो पटियाला वाला इशू आया, उसमें फोरेंसिक एग्जामिनेशन नहीं हुई, तो अपोजिशन बोल रहा है कि पॉलिटिकली मोटिवेटेड है। नहीं, पंजाब पुलिस बिल्कुल फेयरली मेरिट बेस्ड इन्वेस्टिगेशंस करती है, तो इससे ज़्यादा मैं इस विषय पे नहीं बोलना चाहूँगा। सर, एक दो लेटर्स वायरल हो रही हैं विक्रम मजीठिया की थ्रेट इश्यूज को लेके, उसके ऊपर कोई लिखा जा रहा है सर? Again, I'll offer no comments on security matters. It would be not appropriate to comment. पर सर, आप लोगों ने एफआईआर किया है तो थोड़ा पब्लिक डोमेन पे तो बात आनी चाहिए कि किस बुनियाद पे किया गया। इट्स बेयरली बेसिकली ऑन ट्वीट ऑफ कपिल मिश्रा, और क्योंकि इस तरह के जहाँ पे हम आईटी एक्ट की बात करते हैं वहाँ पे क्या, क्योंकि बहुत सारे ट्वीट्स होते हैं, रीट्वीट्स होते हैं। नहीं मैम, I would have loved to reply to this, but since the matter has been taken cognizance of by Delhi Vidhan Sabha, it would not be appropriate to say Did you appear before that? anything on the matter. आपको नोटिस मिला है सर वहाँ के दिल्ली विधानसभा अध्यक्ष? I cannot comment on this issue. Sir, regarding this Sarpanch's murder, to come back to the main issue, the thing has been solved, as you say. But there are some lapses which took place. I believe he was protected. I believe he had some personnel assigned to him. There were some other protectees also present there whose protection parties were present outside the venue, perhaps. And despite that, these people walked in, killed him, and walked away. Don't you feel that there is some lapse over there? I agree with you. You see, I would rather amplify what Mr. China is saying. Ki yes, once we speak about, in my last press conference, I had said that I had given figures and said that ki crime has not increased much in Punjab as murders have gone down. But at the same time, I would agree ki jade strategic crimes hai aur high impact crimes. So this crime was a high impact crime, and I fully agree that lapses, if any, would be looked into and punished. And you are correct that security personnel were assigned. So we are looking into this, and appropriate responsibility will be fixed. सर, ये जो दिन दिहाड़े हत्याएं हो रही हैं, अनमास्क्ड हैं, कोई फेयर ऑफ पुलिस नहीं नजर आ रहा है, क्या कारण है इसका? और ये जो गैंग्स क्या है, पहले यूपी में जैसे बहुत सक्रिय होते थे, अब पंजाब हरियाणा की तरफ आपको लगता है क्यों स्ट्रैटेजिकली मूव किए हैं? देखिए, मैं समझता हूँ जैसे मैंने पहले कहा था कि मे बी हम जागरूक हैं, हमारी मीडिया एक्टिव है, तत्पर है, अदरवाइज हमारे जो मर्डर्स हैं वो 745 से कम होके 680 हुए हैं इस साल। और मर्डर्स हैं वो ना छुपाए जाते हैं ना वो वर्क किए जाते हैं। हमने सभी मर्डर्स वर्कआउट किए हैं, हाई प्रोफाइल मर्डर्स वर्कआउट किए हैं। जो हमारी क्राइम रेट है वो 227 पर लाख ऑफ पॉपुलेशन है, जो ऑल इंडिया 450 है, तो हमारी क्राइम रेट भी कम है। हमने केसेस सारे वर्कआउट किए हैं। केसेस हम हाई प्रोफाइल मर्डर की हम इम्पोर्टेंस समझते हैं, इसीलिए हम
सभी आपके सामने बैठे हैं कि ये समझा गया कि ये मर्डर सॉल्व किया गया है, तो इसके बारे में शेयर किया जाए मीडिया के साथ कि इसको कैसे प्रोफेशनली अच्छी तरीके से इन्वेस्टिगेशन करके ये केस सॉल्व किया। ਇਸ ਦੇ ਵਿੱਚ ਇਹ ਵੀ ਕਹੇ ਜੀ ਪੁਲਿਸ ਫੋਰਸਿਸ ਜਿਹੜੇ ਹੈਗੇ ਆ ਕੰਮ ਨੇ ਬਹੁਤ ਸਾਰੇ ਜਿਹੜੇ ਹੈਗੇ ਆ ਲੋਕਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਹੋਈ ਆ ਭਾਵੇਂ ਕਿ ਹਾਈ ਕੋਰਟ ਦਾ ਸਹਾਰਾ ਲੈ ਲੈਂਦੇ ਉਹਨੂੰ ਕਿਵੇਂ ਦੇਖਦੇ ਹੋ? ਇਹ ਤੁਹਾਡੀ ਗੱਲ ਠੀਕ ਹੈ ਕਿ ਅਸੀਂ ਇਹਦੇ ਲਈ ਐਫਰਟਸ ਜਿਵੇਂ ਦੱਸਿਆ ਸੀ ਕਿ 1600 ਨਵੀਆਂ ਪੋਸਟਾਂ ਮਿਡਲ ਰੈਂਕਸ 'ਚ ਜਿਹੜੀਆਂ ਉਹ ਕ੍ਰੀਏਟ ਕੀਤੀਆਂ ਗਈਆਂ ਤੇ ਨਵੀਂ ਰਿਕਰੂਟਮੈਂਟ ਹੁਣ ਇਸ ਸਾਲ 3400 ਕਾਂਸਟੇਬਲਸ ਦੀ ਰਿਕਰੂਟਮੈਂਟ ਹੋਗੀ। ਸੋ ਹਰ ਸਾਲ ਪੁਲਿਸ ਦੀ ਨਫਰੀ ਵਧਾਈ ਜਾ ਰਹੀ ਹੈ ਤੇ ਸਾਡੀ ਹਮੇਸ਼ਾ ਕੋਸ਼ਿਸ਼ ਹੈਗੀ ਕਿ ਨਾਨ ਕੋਰ ਡਿਊਟੀਜ਼ ਤੋਂ ਕੋਰ ਡਿਊਟੀਜ਼ ਵੱਲ ਜਿਹੜਾ ਪੁਲਿਸ ਨੂੰ ਡਿਪਲੋਏ ਕੀਤਾ ਜਾਏ। ਸਰ ਜਿਹੜੀ ਈਮੇਲਸ ਆਈਆਂ ਨੇ ਕਈ ਜਗ੍ਹਾ ਤੇ ਪਹੁੰਚ ਗਈਆਂ ਉਹਦੇ ਵਿੱਚ ਕੋਈ ਅਪਡੇਟ ਹੈ? ਹਾਂਜੀ, ਜਿਹੜੀ ਈਮੇਲਸ ਆਈਆਂ ਨੇ ਹਾਂ, ਇਹਦੇ 'ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਅਗੇਨ ਮਤਲਬ ਤੁਸੀਂ ਜਿਹੜਾ ਪੁਆਇੰਟ ਆਊਟ ਕੀਤਾ ਹੈ ਕਿ ਇਸ ਦੇ ਵਿੱਚ ਬਹੁਤ ਕਾਮਯਾਬੀ ਨਹੀਂ ਮਿਲੀ ਹੈ ਕਿਉਂਕਿ ਉਹ ਪ੍ਰੋਕਸੀ ਸਰਵਰਸ VPNs ਦੀ ਵਰਤੋਂ ਹੁੰਦੀ ਹੈ। ਸੋ ਅਸੀਂ ਸਰਟ ਇਨ ਨਾਲ ਵੀ ਇਨ ਟੱਚ ਹੈਗੇ ਤੇ ਸਾਡੀ ਕੋਸ਼ਿਸ਼ ਹੈਗੀ ਕਿ ਜੇ ਈਮੇਲਸ ਦੇ ਓਰੀਜਿਨੇਟਰ ਤੱਕ ਪਹੁੰਚਿਆ ਜਾਵੇ। ਇਹ ਮਤਲਬ ਇੱਕ ਨੈਸ਼ਨਲ ਇਸ਼ੂ ਹੈ, ਦੂਜੀ ਸਟੇਟਾਂ 'ਚ ਵੀ ਇਸ ਤਰ੍ਹਾਂ ਦੀ ਈਮੇਲਸ ਆਈਆਂ ਹੈ। We have not been able to solve it so far. सर वल्टोवा सर मर्डर केस में सर ये रोड्स एक साथ कैसे कनेक्ट हुए हैं, किसका क्या थोड़ा सा अगर ब्रीफली कुछ कहानी बता पाएं आप? Basically मतलब ਪ੍ਰਭ ਦਾਸੂਵਾਲ was the main mastermind. Motive ਜਿਵੇਂ ਤੁਸੀਂ ਪੁੱਛਿਆ ਸੀਗਾ, motive was personal enmity. So ਪ੍ਰਭ ਦਾਸੂਵਾਲ ਆਪ ਵੀ ਗੱਲ ਕਰਦਾ ਸੀ, people on his behalf ਜਿਵੇਂ ਉਹ ਫਿਰ ਡਿਫਰੈਂਟ ਮੋਡਿਊਲਸ ਨਾਲ ਡਿਫਰੈਂਟ ਲੋਕ ਆਪਸ 'ਚ ਇਨ ਟੱਚ ਰਹਿੰਦੇ ਸੀ ਜਿਹੜੇ ਫੋਰਨ ਬੇਸਡ ਜਿਹੜੇ ਆਪਰੇਟਿਵ ਸੀਗੇ। ਮੋਡਿਊਲਸ ਨੂੰ ਇੱਕ ਦੂਜੇ ਦਾ ਨਹੀਂ ਪਤਾ ਹੁੰਦਾ ਸੀ ਜਿਵੇਂ ਸਿਰਫ ਔਨ ਅ ਨੀਡ ਟੂ ਨੋ ਬੇਸਿਸ। ਜੀ ਬਲੀ ਸਾਹਿਬ, जनरल सर कैन यू प्लीज कंप्लीट दैट एक ना कंप्लीट करने दीजिए। नहीं मैम ऑलमोस्ट हो गया। मॉड्यूल्स एक दूसरे से कौन शूटर था, कैसे एक दूसरे का था, जैसे So I think CP Amritsar will have a tough time facing the Amritsar press. So they are saying that Chandigarh is privileged. ਤੇ ਮੈਨੂੰ ਕਈ ਫੋਨ ਆ ਰਹੇ ਸੀ ਕਿ ਵੀ PC ਇੱਥੇ ਕਿਉਂ ਹੋਈ ਹੈ। So I think he will go and share some more details ma'am. ਇਸ ਵਾਰ ਕਿ ਤੁਸੀਂ ਇੰਨੇ ਵੈਪਨਸ ਰੋਜ਼ ਫੜਦੇ ਹੋ, ਇੰਨੇ ਜਿਹੜੇ ਗੈਂਗਸਟਰ ਦੇ ਉਹ ਸਪੋਰਟਰ ਫੜਦੇ ਹੋ, ਇੰਨਾ ਹਥਿਆਰ ਤੇ ਡਰੱਗ ਵੀ ਫੜਦੇ ਹੋ, ਤੇ ਕੰਟੀਨਿਊਸਲੀ ਉਹਦਾ ਕੋਈ ਲੜੀ ਖਤਮ ਨਹੀਂ ਹੋ ਰਹੀ। ਨਹੀਂ ਮੈਂ ਬੜਾ ਵੱਡਾ ਨਹੀਂ ਬਲੀ ਸਾਹਿਬ ਮੈਂ ਸਹਿਮਤ ਹਾਂ। ਦੇਖੋ ਜਿਵੇਂ ਮੈਂ ਪਹਿਲੇ ਵੀ ਕਿਹਾ ਸੀਗਾ ਕਿ ਇਹ ਇੱਕ ਤਰੀਕੇ ਦੀ ਪ੍ਰੋਕਸੀ ਵਾਰ ਹੈ। ਜਿਵੇਂ ਹੁਣ ਇਸ ਸਾਲ ਆਪ ਸਿੰਦੂਰ ਤੋਂ ਬਾਅਦ ਹੁਣ ਸਾਡੀ ਜਿਹੜੀ ਸੀਜ਼ਰ ਆਫ ਸਮਾਲ ਆਰਮਸ ਹੈਜ਼ ਗੋਨ ਅਪ 5 ਟਾਈਮਸ। ਸੋ ਦੈਟ ਇਜ਼ ਦਾ ਚੈਲੰਜ ਵੀ ਆਰ ਅਪ ਅਗੇਂਸਟ ਐਂਡ ਵੀ ਆਰ ਐਂਡ ਵਿਦ ਦੀ ਸਪੋਰਟ ਆਫ ਸੈਂਟਰਲ ਏਜੰਸੀ ਸਾਨੂੰ ਲੋਕਾਂ ਦੀ ਬਹੁਤ ਸਪੋਰਟ ਮਿਲ ਰਹੀ ਹੈ। ਇਨਫੋਰਮੇਸ਼ਨ ਇਸ ਕੇਸ ਨੂੰ ਕਰੈਕ ਕਰਨ ਦੇ ਵਿੱਚ ਵੀ ਗੋਟ ਲੋਟ ਆਫ ਇਨਫੋਰਮੇਸ਼ਨ ਫਰਮ ਦੀ ਪਬਲਿਕ ਆਲਸੋ। ਜੋ ਦੂਸਰਾ ਸਵਾਲ ਹੈ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਉਹ ਕਿ ਅਸੀਂ ਮਾਰਿਆ ਉਹ ਅਸੀਂ ਸਾਰੇ ਜਿਹੜਾ ਮੀਡੀਆ ਹੈ ਅਸੀਂ ਉਹਨੂੰ ਉਹ ਕਰ ਦਿੰਦੇ ਐਜ਼ ਇਟ ਇਜ਼ ਦੀ ਤੇ ਉਹਨਾਂ ਨੂੰ ਲੈਜੀਟੀਮੇਸੀ ਮਿਲ ਜਾਂਦੀ ਇੱਕ ਤਰ੍ਹਾਂ ਦੀ। ਜਿਹੜਾ ਉਹਨਾਂ ਦਾ ਟੈਰਰ ਹੈ ਕਿ ਹਾਂ ਅਸੀਂ ਮਾਰਿਆ, ਅਸੀਂ ਮਾਰਾਂਗੇ, ਅਸੀਂ ਕਰਾਂਗੇ। ਟੈਰਰਿਜ਼ਮ ਵੇਲੇ ਸੇਮ ਸਿਚੁਏਸ਼ਨ ਅਸੀਂ ਫੇਸ ਕੀਤੀ ਸੀ, ਤੁਹਾਨੂੰ ਵੀ ਯਾਦ ਹੋਣਾ ਕਿ ਅਸੀਂ ਪਹਿਲਾਂ ਸ਼ੁਰੂ 'ਚ ਉਹਨਾਂ ਦੀ ਜ਼ਿੰਮੇਵਾਰੀਆਂ ਛਾਪਣ ਲੱਗ ਗਏ। ਮੈਂ ਉਦੋਂ ਅਜੀਤ ਸੀਗਾ। ਬਾਅਦ 'ਚ ਅਸੀਂ ਇਹੋ ਜਿਹੇ ਵਿਸ਼ੇ ਸਰਕਲ 'ਚ ਫਸ ਗਏ ਕਿ ਉਹਨਾਂ ਨੂੰ ਜਦੋਂ ਉਹ ਛਾਪਦੇ ਲੈਜੀਟੀਮੇਸੀ ਮਿਲ ਜਾਂਦੀ ਹੈ। ਹੁਣ ਜਿਵੇਂ ਚੈਨਲ 'ਤੇ ਉਹਨਾਂ ਦੀ ਵੀਡੀਓ ਚੱਲ ਗਈ, ਸਭ ਕੁਝ ਚੱਲ ਗਿਆ, ਤੇ ਉਹ ਲੋਕਾਂ ਦੇ ਦਹਿਸ਼ਤ ਪਏਗੀ ਵੀ ਹਾਂ ਇਹ ਤਾਂ ਅੱਗੇ ਨੂੰ ਮਾਰਨਗੇ। ਜਿਵੇਂ ਉਹ ਹੁਣ ਪਿੱਛੇ ਜਿਹਾ ਸੀ ਕਿ ਅਸੀਂ ਫਲਾਣੇ ਨੂੰ ਮਾਰਾਂਗੇ, ਜਿਵੇਂ ਚੰਡੀਗੜ੍ਹ ਵਾਲੇ ਮੈਟਰ ਹੋਇਆ ਸੀ ਉਹ ਤੋਂ ਉਹਨੇ ਕਿਹਾ ਫਲਾਣੇ ਵੀ ਮਾਰਨੇ ਤੇ ਉਹਨਾਂ ਦਾ ਟੈਰਰ ਜਿਹੜਾ ਦਹਿਸ਼ਤ ਤੇ ਇਹਦਾ ਕੋਈ ਥੋੜੇ ਹੈ ਕੋਈ ਸਕੀਮ ਇਸ ਨੂੰ ਚੈੱਕ ਕਰਨਾ? ਦੇਖੋ ਜੀ ਇੱਕ ਓਵਰਆਲ ਮੈਂ ਸਮਝਦਾ ਕਿ ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ ਕਿ ਉਹ ਚਾਹੁੰਦੇ ਆਹੀ ਹੈ। ਇੱਕ ਵਾਰੀ ਮੈਨੂੰ ਯਾਦ ਹੈ ਅਸੀਂ ਐਕਸਪੈਰੀਮੈਂਟ ਕੀਤਾ ਸੀ ਪ੍ਰੈਸ ਕਾਨਫਰੰਸ, ਅਸੀਂ ਨਾਂ ਹੀ ਨਹੀਂ ਲਏ। ਇਨਫੈਕਟ ਮੇਰੀ ਕੋਸ਼ਿਸ਼ ਹੁੰਦੀ ਮੈਂ ਨਾਂ ਨਹੀਂ ਲੈਂਦਾ, ਮੈਂ ਗੈਂਗਸਟਰ ਵਰਡ ਨਹੀਂ ਯੂਜ਼ ਕਰਦਾ, ਮੈਂ ਆਰਗੇਨਾਈਜ਼ਡ ਕ੍ਰਾਈਮ ਵਰਡ ਯੂਜ਼ ਕਰਦਾ, ਮੈਂ ਸ਼ੂਟਰ ਵਰਡ ਨਹੀਂ ਯੂਜ਼ ਕਰਦਾ, ਅਸੇਲੈਂਟ ਕਹਿੰਦਾ। ਸੋ ਆਈਡੀਆ ਹੈ ਕਿ ਅਸੀਂ ਵੀ ਸ਼ੁੱਡ ਨਾਟ ਗਲੋਰੀ। ਬਾਕੀ ਮੀਡੀਆ ਇਜ਼ ਐਨ ਐਬਸੋਲੂਟਲੀ ਇੰਡੀਪੈਂਡੈਂਟ, ਬਟ ਜੇ ਮੈਂ ਸਮਝਦਾ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਇਨਕਰੇਜ ਨਾ ਕੀਤਾ ਜਾਵੇ ਤਾਂ ਉਹ ਬੈਟਰ ਹੈ ਜੀ। ਉਹ ਅੱਛਾ ਦੂਜੀ ਇਟ ਇਜ਼ ਨਾਟ ਜਸਟ ਮੀਡੀਆ, ਈਵਨ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਹੁੰਦਾ ਹੈ। ਸੋਸ਼ਲ ਮੀਡੀਆ 'ਤੇ ਇਹਨਾਂ ਦੀ ਰਿਕਰੂਟਮੈਂਟ ਵੀ ਹੋ ਜਾਂਦੀ ਹੈ। ਸੋ ਉਸ 'ਤੇ ਵੀ ਅਸੀਂ ਕਾਫੀ ਸਟਰੋਂਗ ਕਰੈਕਡਾਊਨ ਕੀਤਾ ਹੈਗਾ। ਮਤਲਬ ਜਿਹੜੀ ਜਿਵੇਂ ਮੈਂ ਜ਼ੀਰੋ ਟੋਲਰੈਂਸ, ਜਿਵੇਂ CM ਸਾਹਿਬ ਦੀ ਜ਼ੀਰੋ ਟੋਲਰੈਂਸ ਪੋਲਿਸੀ ਦਾ ਜ਼ਿਕਰ ਕੀਤਾ ਹੈ, ਸੋ ਦੈਟ ਐਕਸਟੈਂਡਸ ਟੂ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਕੋਈ ਪੋਸਟ ਪਾਊਗਾ, ਕੋਈ ਗਲੋਰੀਫਿਕੇਸ਼ਨ, ਕੋਈ ਸੌਂਗ ਹੈ ਇਸ ਤਰ੍ਹਾਂ ਦਾ, ਕਿਉਂਕਿ ਕਈ ਇੰਡਸਟਰੀਜ਼ ਜਿਹੜੀਆਂ ਇਸ ਤੋਂ ਜ਼ਿਆਦਾ ਇਫੈਕਟਡ ਹੈ ਕ੍ਰਾਈਮ ਤੋਂ, ਤੇ ਅਸੀਂ ਉਹਨਾਂ ਨੂੰ ਮਹਿਫੂਜ਼ ਕਰਨ ਦੇ ਉਪਰਾਲੇ ਕਰ ਰਹੇ ਹੈਗੇ। ਸੋ ਆਈਡੀਆ ਇਜ਼ ਅਸੀਂ ਦੇਖਿਆ 80% ਜਿਹੜੀ
ਕਾਲਾਂ ਹੁੰਦੀਆਂ ਉਹ ਫੇਕ ਲੋਕਲ ਕ੍ਰਿਮੀਨਲ ਕਰਦੇ। ਸੋ ਮੈਂ ਲੋਕਾਂ ਨੂੰ ਦੁਬਾਰਾ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਦੱਸੋ, ਪੁਲਿਸ ਕੋਲ ਆਓ। ਸੋ ਦ ਓਨਲੀ ਵੇ ਇਜ਼ ਟੂ ਟੇਕ ਦਿਸ ਹੈਡ ਔਨ ਟੂ ਬਸਟ ਹਿਮ। ਜਿਹੜਾ ਬੰਦਾ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ ਹੈ ਉਸ ਨੂੰ ਪਤਾ ਹੋਵੇ ਕਿ ਮੈਂ ਬਚ ਨਹੀਂ ਸਕਦਾ, ਮੈਂ ਕਿਤੇ ਵੀ ਭੱਜ ਕੇ ਜਾਵਾਂਗਾ, ਪੰਜਾਬ ਪੁਲਿਸ ਸਾਡੇ ਮਗਰ ਜਾਊਗੀ, ਸਾਨੂੰ ਫੜ ਕੇ ਲਾਊਗੀ। ਦਿਸ इज द मैसेज वी वांट टू। लास्ट प्रेस कॉन्फ्रेंस में भी शायद ये सवाल आया था कि जिस तरीके से कबड्डी प्लेयर्स की हत्या की गई, 2 कबड्डी प्लेयर्स हो चुके हैं, तो क्या कबड्डी प्लेयर्स का भी कोई जो एक ऑर्गेनाइज क्राइम के साथ कोई रिलेशन होता है? क्योंकि जिस तरीके से उनको टारगेट किया गया, टारगेट किलिंग की गई, तो उसका कोई आपस में कनेक्शन? नहीं, जैसे मैंने कहा म्यूज़िक इंडस्ट्री है, कबड्डी में क्योंकि काफ़ी इसमें क्राइम की पेनिट्रेशन है, अनऑर्गेनाइज्ड सेक्टर्स हैं, तो इस वजह से वल्नरेबिलिटी ज़्यादा है। तो मैं तो ये कहूँगा हम विशेष ध्यान दे के हम कबड्डी को हम प्रोटेक्शन देंगे ताकि लोग, जो ये पंजाब का ट्रेडिशनल स्पोर्ट्स है, तो ये अपनी ग्लोरी जो है, इसकी जो प्रिस्टाइन ग्लोरी है, वो रेस्टोर हो सके। थैंक यू। वी हैव अरेंज्ड सर जी